ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਾਹੂ ਬਿਹਾਵੇ ਨਟ ਨਾਟਕ ਨਿਰਤੇ, ਕਾਹੂ ਬਿਹਾਵੇ ਜਿਆਏ ਹਿਰਤੇ, ਕਾਹੂ ਬਿਹਾਵੇ ਰਾਜ ਮਹਿ ਡਰਤੇ, ਸੰਤ ਬਿਹਾਵੇ ਹਰ ਜਸ ਕਰਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਦੀਨ ਦੁਨੀਆ ਦੇ ਪਾਤਸ਼ਾਹ, ਛਤਰ ਚਵਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੀ ਕਿਰਪਾ ਦਾ ਸਦਕਾ ਹਜ਼ੂਰ ਦੇ ਅਸਥਾਨ 'ਤੇ ਚੱਲ ਰਹੀ ਲੜੀਵਾਰ ਇਲਾਹੀ ਬਾਣੀ ਦੀ ਵਿਆਖਿਆ, ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਜੀ ਦੀ ਧਰਤੀ 'ਤੇ ਆਪ ਬਾਣੀ ਉਚਾਰਨ ਕੀਤੀ ਔਰ ਹਰ ਰੋਜ਼ ਉੱਥੇ ਜਿਹੜੇ ਗੁਰਸਿੱਖ ਉਪਸਥਿਤ ਸਨ ਉਹਨਾਂ ਨੂੰ ਇਸ ਬਾਣੀ ਦੇ ਨਾਲੋਂ ਨਾਲ ਅਰਥ ਵੀ ਸਿਖਾਏ। ਸਤਿਗੁਰੂ ਜੀ ਦੀ ਮਹਾਨ ਰਸਨਾ ਤੋਂ ਬਚਨ ਜਿਹੜੇ ਉਚਰੇ ਸਨ, ਉਹ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਟਿਕ ਗਏ। ਅੰਦਰ ਰੰਗ ਲੱਗ ਗਿਆ, ਆਨੰਦ ਆ ਗਿਆ, ਸਮਾਧੀਆਂ ਲੱਗ ਗਈਆਂ। ਉਹਦੇ ਵਿੱਚੋਂ ਹੀ ਸੰਤ ਸਿਪਾਹੀ ਪੈਦਾ ਹੋਏ ਔਰ ਅੱਗੇ ਪੰਥ ਵਿੱਚ ਸਿੱਖੀ ਅੰਦਰ ਕਥਾ ਦੀ ਰੀਤ ਪਰਪੱਕ ਹੋ ਗਈ। ਸਤਿਗੁਰਾਂ ਦੀ ਕਿਰਪਾ ਦਾ ਸਦਕਾ ਹੀ ਇਸ ਅਸਥਾਨ 'ਤੇ ਇਹ ਵਿਚਾਰ ਚੱਲ ਰਹੀ ਹੈ। ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਜੀ ਕਿਰਪਾ ਕਰੋ ਜੀ। ਕਾਹੂ ਬਿਹਾਵੇ ਨਟ ਨਾਟਕ ਨਿਰਤੇ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਇਸ ਸੰਸਾਰ ਦੇ ਬਹੁ ਪੱਖੀ ਕਈ ਪ੍ਰਕਾਰ ਦੇ ਲੋਕ ਜਿਹੜੇ ਕਈ ਤਰ੍ਹਾਂ ਦੇ ਸੁਭਾਅ ਵਿੱਚ ਜਿਉਂਦੇ ਹਨ, ਕਈ ਪ੍ਰਕਾਰ ਦੇ ਵਰਤਾਰਿਆਂ ਵਿੱਚ ਵਰਤਦੇ ਹਨ। ਇਹ ਇੱਕ ਅਕਾਲ ਪੁਰਖ ਦੇ ਅਨੇਕ ਰੂਪ ਹਨ ਜੋ ਇਸ ਸ਼ਬਦ ਵਿੱਚ ਦੱਸੇ ਹਨ। ਵੀ ਕਿਤੇ ਕੋਈ ਕੁਝ ਕਰ ਰਿਹਾ ਹੈ, ਕਿਤੇ ਕੋਈ ਕੁਝ ਕਰ ਰਿਹਾ ਹੈ। ਇਸ ਤਰ੍ਹਾਂ ਵੱਖਰੀ ਵੱਖਰੀ ਖੇਡ ਖੇਡ ਰਿਹਾ ਹੈ। ਕਈਆਂ ਦੀ ਉਮਰ ਬਿਹਾਵੇ ਮੈਨੇ ਲੰਘ ਜਾਣਾ, ਕਾਹੂ ਕਈਆਂ ਦੀ ਉਮਰ ਇਸੇ ਤਰ੍ਹਾਂ ਹੀ ਲੰਘ ਜਾਂਦੀ ਹੈ। ਨਟ ਨਾਟਕ ਕਰਦਿਆਂ, ਨਿਰਤ ਕਰਦਿਆਂ, ਨੱਚਦਿਆਂ ਟੱਪਦਿਆਂ, ਕਾਹੂ ਬਿਆਵਹਿ ਜੀ ਆਏ ਹਿਰਤੇ। ਕਈਆਂ ਦੀ ਸਾਰੀ ਜ਼ਿੰਦਗੀ ਦੂਜਿਆਂ ਦਾ ਧਨ ਖੋਹਣ 'ਤੇ ਲੰਘ ਜਾਂਦੀ ਹੈ। ਦੂਜਿਆਂ ਦਾ ਧਨ ਚੋਰੀ ਕਰਨਾ, ਭਾਵੇਂ ਸਿੱਧਾ ਕਰਨਾ, ਦੇਣੇ ਕਰਨਾ ਰਿਸ਼ਵਤ ਦੇ ਨਾਲ, ਤੇ ਭਾਵੇਂ ਚੋਰੀ ਕਰਕੇ। ਕਾਹੂ ਬਿਹਾਵੇ ਰਾਜ ਮਹਿ ਡਰਤੇ। ਕਈਆਂ ਦੀ ਸਮੇਂ ਦੀ ਹਕੂਮਤ ਤੋਂ ਡਰਦਿਆਂ ਹੀ ਜੀਵਨ ਬੀਤ ਜਾਂਦਾ, ਉਹ ਕੰਬਦੇ ਰਹਿੰਦੇ ਹਨ। ਸੰਤ ਬਿਹਾਵੇ ਹਰ ਜਸ ਕਰਤੇ। ਪਰ ਜਿਹੜੇ ਤੇਰੇ ਸਾਧੂ ਹਨ, ਤੇਰੇ ਪਿਆਰੇ ਹਨ ਸੱਚੇ ਪਾਤਸ਼ਾਹ, ਉਹਨਾਂ ਦੀ ਉਮਰ ਹਰੀ ਦਾ ਜਸ ਕਰਦਿਆਂ ਲੰਘਦੀ ਹੈ, ਉਸਤਤ ਵਡਿਆਈ ਸਿਮਰਨ ਕਰਦਿਆਂ ਸਫਲ ਹੁੰਦੀ ਹੈ। ਕਾਹੂ ਬਿਹਾਵੇ ਮਤਾ ਮਸੂਰਤ। ਕਈਆਂ ਦੀ ਸਲਾਹਾਂ ਕਰਦੀ ਲੰਘ ਜਾਂਦੀ ਹੈ, ਪਰ ਕੰਮ ਕੋਈ ਵੀ ਨਹੀਂ ਕਰਦੇ। ਕਾਹੂ ਬਿਹਾਵੇ ਸੇਵਾ ਜ਼ਰੂਰਤ। ਕਈਆਂ ਦੀ ਜਿਹੜੀ ਉਮਰ ਹੈ ਇਸ ਤਰ੍ਹਾਂ ਲੰਘਦੀ ਹੈ ਵੀ ਸੇਵਾ ਵੱਲ ਧਿਆਨ ਰਹਿੰਦਾ ਉਹਨਾਂ ਦੀ, ਕਿਸੇ ਦੀ ਜ਼ਰੂਰਤ ਪੂਰੀ ਕਰਨ ਵਿੱਚ ਉਹ ਅੰਦਰੋਂ ਖੁਸ਼ ਹੁੰਦੇ ਹਨ। ਕਾਹੂ ਬਿਹਾਵੇ ਸੋਧਤ ਜੀਵਤ। ਕਈਆਂ ਨੂੰ ਆਪਣੇ ਜੀਵਨ ਨੂੰ ਸੋਧਦਿਆਂ ਲੰਘ ਜਾਂਦੀ, ਉੱਚਾ ਕਰਦਿਆਂ, ਵਿਕਾਰਾਂ ਤੋਂ ਬਚਾਉਂਦਿਆਂ। ਸੰਤ ਬਿਹਾਵੇ ਹਰ ਰਸ ਪੀਵਤ। ਇਸ ਤਰ੍ਹਾਂ ਹਰੀ ਦੇ ਜਿਹੜੇ ਸੰਤ ਜਨ ਹਨ, ਗੁਰਮੁਖ ਪਿਆਰੇ ਹਨ, ਉਹਨਾਂ ਦੀ ਹਰੀ ਨਾਮ ਦਾ ਜਿਹੜਾ ਰਸ ਹੈ ਉਹ ਪੀਂਦਿਆਂ ਗੁਜ਼ਰਦੀ ਹੈ ਆਨੰਦ ਨਾਲ। ਜਿਤ ਕੋ ਲਾਇਆ ਤਿਤ ਹੀ ਲਗਾਨਾ। ਇਹ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ, ਤੇਰੀ ਇੱਕ ਅਜੀਬ ਬਾਜੀ ਹੈ। ਖੇਡ 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 ਰਿਹਾ ਹੈ ਤੂੰ,
ਤੇ ਜਿੱਧਰ ਤੂੰ ਲਾਏ ਹੋਏ ਹਨ ਉਧਰ ਹੀ ਲੱਗ ਰਹੇ ਹਨ ਇਹ ਜੀਵ। ਨਾ ਕੋ ਮੂੜ ਨਹੀਂ ਕੋ ਸਿਆਣਾ, ਨਾ ਕੋਈ ਉਸ ਅਵਸਥਾ ਵਿੱਚ ਜਾ ਕੇ ਮੂਰਖ ਲੱਗਦਾ ਹੈ ਤੇ ਨਾ ਕੋਈ ਸਿਆਣਾ ਲੱਗਦਾ। ਉੱਚ ਕੋਟੀ ਵਿੱਚ ਬ੍ਰਹਮ ਅਵਸਥਾ ਵਿੱਚ ਜਾ ਕਰ ਕੇ ਕਿਰਪਾ ਜਿਸ ਦੇਵੈ ਨਾਉ, ਕਿਰਪਾ ਕਰਕੇ ਇਹਨਾਂ ਸਾਰਿਆਂ ਦੇ ਵਿੱਚੋਂ ਜਿਹਦੀ ਝੋਲੀ ਵਿੱਚ ਆਪਣਾ ਨਾਮ ਪਾ ਦਿੰਦਾ ਸੱਚਾ ਪਾਤਸ਼ਾਹ, ਨਾਨਕ ਤਾਕੈ ਬਲ ਬਲ ਜਾਓ। ਮਹਾਰਾਜ ਕਹਿੰਦੇ ਐਸੇ ਗੁਰਸਿੱਖਾਂ ਤੋਂ ਗੁਰਮੁਖਾਂ ਤੋਂ ਕੁਰਬਾਨ ਜਾਈਏ ਸਦਾ। ਰਾਮ ਕਲੀ ਮਹੱਲਾ ਪੰਜਵਾ, ਦਾਵਾ ਅਗਨ ਰਹੇ ਹਰ ਬੂਟ। ਦਾਵਾ ਅਗਨ ਮੈਨੇ ਜੰਗਲ ਦੀ ਅੱਗ ਜਿਹੜੀ ਹੈ, ਇੱਥੇ ਮਾਇਆ ਦੀ ਅੱਗ ਲੱਗੀ ਹੋਈ ਹੈ, ਤ੍ਰਿਸ਼ਨਾ ਦੀ, ਹੋਰ ਕਈ ਪ੍ਰਕਾਰ ਦੀ ਮਾਇਆ ਹੈ ਕਿ ਜਿਹਦੀ ਅਗਨੀ ਵਿੱਚ ਸਾਰਾ ਸੰਸਾਰ ਸੜੀ ਜਾਂਦਾ ਹੈ। ਤੇ ਬੂਟ ਜਿਹੜੇ ਕੁਝ ਬੂਟੇ ਬਚੇ ਹਨ ਵਿਰਲੇ, ਜਿਨ੍ਹਾਂ ਦਾ ਜਿਹੜਾ ਜੋੜ ਹੈ ਸੰਬੰਧ ਹੈ ਵਾਹਿਗੁਰੂ ਦੇ ਚਰਨਾਂ ਦੇ ਨਾਲ ਹੈ। ਮਾਤ ਗਰਭ ਸੰਕਟ ਤੇ ਛੂਟ, ਇਸ ਤਰ੍ਹਾਂ ਮਾਤਾ ਦੇ ਗਰਭ ਵਿੱਚ ਵੀ ਸੰਕਟ ਵਿੱਚੋਂ ਸਿਮਰਨ ਨਹੀਂ ਛੁਡਾ ਕੇ ਰੱਖਿਆ, ਮਨੁੱਖ ਨੂੰ ਬਚਾਇਆ ਅਗਨੀ ਤੋਂ। ਜਾਗਾ ਨਾਮ ਸਿਮਰਤ ਭਉ ਜਾਏ, ਐਸੇ ਵਾਹਿਗੁਰੂ ਦਾ ਨਾਮ ਸਿਮਰਨ ਕਰਨ ਦੇ ਨਾਲ ਭਉ ਜਿਹੜਾ ਅੰਦਰੋਂ ਡਰ ਹੈ ਉਹ ਖਤਮ ਹੋ ਜਾਂਦਾ, ਸੰਸੇ ਆਦਿਕ। ਤੈਸੇ ਸੰਤ ਜਨਾ ਰਾਖੈ ਹਰ ਰਾਏ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਸੰਤ ਜਨ ਜਿਹੜੇ ਗੁਰੂ ਦੇ ਪਿਆਰ ਵਾਲੇ ਹਨ, ਹਰੀ ਰਾਏ ਸੱਚਾ ਪਾਤਸ਼ਾਹ ਉਹਨਾਂ ਦੀ ਰੱਖਿਆ ਕਰਦਾ ਹੈ। ਐਸੇ ਰਾਖਨ ਹਾਰ ਦਇਆਲ, ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਰੱਖਣ ਹਾਰ ਹਨ ਆਪਣੇ ਗੁਰਸਿੱਖਾਂ ਨੂੰ, ਦਿਆਲੂ ਜੀ। ਜਦ ਗਤ ਦੇਖੋ ਤੁਮ ਪ੍ਰਤਿਪਾਲ ਰਹਾਓ। ਜਿੱਥੇ ਵੀ ਵੇਖਦਾ ਮਹਾਰਾਜ ਕਹਿੰਦੇ ਤੁਸੀਂ ਪਾਲਣਾ ਕਰ ਰਹੇ ਹੋ, ਹਰ ਇੱਕ ਨੂੰ ਹੱਥ ਦੇ ਕੇ ਬਚਾ ਰਹੇ ਹੋ। ਜਲ ਪੀਵਤ ਜੋ ਤਿਖਾ ਮਿਟੰਤ, ਜਿਵੇਂ ਜਿਹਨੂੰ ਪਿਆਸ ਲੱਗੀ ਹੋਵੇ ਤੇ ਉਹਦਾ ਪਾਣੀ ਪੀ ਕੇ ਤ੍ਰਿਖਾ ਉਹਦੀ ਮਿਟ ਜਾਂਦੀ ਹੈ ਪਿਆਸ। ਧਨ ਬਿਗਸੈ ਗ੍ਰਹਿ ਆਵਦ ਕੰਤ, ਜਦੋਂ ਘਰ ਦੇ ਵਿੱਚ ਪਤੀ ਆਉਂਦਾ ਹੈ ਤਾਂ ਇਸਤਰੀ ਬਿਗਸੈ ਖੁਸ਼ ਹੁੰਦੀ ਹੈ। ਲੋਭੀ ਕਾ ਧਨ ਪ੍ਰਾਣ ਆਧਾਰ, ਜਿਹੜਾ ਲੋਭੀ ਬੰਦਾ ਹੈ ਉਹਦਾ ਧਨ ਮਾਇਆ ਜਿਹੜੀ ਹੈ ਉਹ ਪ੍ਰਾਣ ਆਧਾਰ, ਪ੍ਰਾਣਾ ਦਾ ਆਸਰਾ ਬਣ ਜਾਂਦੀ ਮਾਇਆ। ਤੇ ਉਹ ਹਰ ਜਨ ਹਰ ਹਰ ਨਾਮ ਪਿਆਰ, ਇਸੇ ਤਰ੍ਹਾਂ ਹਰੀ ਜਨਾਂ ਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਹੁੰਦਾ, ਬਹੁਤੀ ਪ੍ਰੀਤ ਗੂੜੀ ਕਰਦੇ ਹਨ। ਕਿਰਸਾਨੀ ਜੋ ਰਾਖੈ ਰਖਵਾਲਾ, ਜਿਵੇਂ ਕਿਰਸਾਨੀ ਖੇਤੀ ਜਿਹੜੀ ਹੈ, ਜਿਵੇਂ ਰਖਵਾਲਾ ਰਾਖੀ ਕਰਨ ਵਾਲਾ ਉਹਦੀ ਰਾਖੀ ਕਰਦਾ ਹੈ। ਮਾਤ ਪਿਤਾ ਦਇਆ ਜੋ ਬਾਲਾ, ਜਿਵੇਂ ਮਾਤਾ ਪਿਤਾ ਦੀ ਦਇਆ 24 ਘੰਟੇ ਬੱਚਿਆਂ ਦੇ ਪਾਲਣਾ ਤੇ ਲੱਗੀ ਰਹਿੰਦੀ ਹੈ। ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ, ਇੱਕ ਪਿਆਰੇ ਦਾ ਦੋਸਤ ਜਿਹੜਾ ਦੂਜੇ ਨੂੰ ਮਿਲ ਜਾਂਦੇ, ਇਕੱਠੇ ਹੋ ਜਾਂਦੇ ਹਨ, ਬੜੇ ਆਨੰਦ ਪ੍ਰਾਪਤ ਕਰਦੇ ਹਨ। ਤੇ ਉਹ ਹਰ ਜਨ ਰਾਖੈ ਕੰਠ ਲਾਏ, ਇਸ ਤਰ੍ਹਾਂ ਹਰੀ ਆਪਣੇ ਜਨਾਂ ਨੂੰ, ਸੇਵਕਾਂ ਨੂੰ ਕੰਠ ਨਾਲ ਗਲੇ ਨਾਲ ਲਾ ਕੇ ਰੱਖਦਾ ਹੈ। ਜੋ ਅੰਧਲੇ ਪੇਖਤ ਹੋਏ ਆਨੰਦ, ਜਿਵੇਂ ਅੰਨੇ ਬੰਦੇ ਨੂੰ ਸਾਰੀ ਉਮਰ ਬਾਅਦ ਅੱਖ ਮਿਲ ਜਾਏ ਤੇ ਉਹ ਬੜਾ ਆਨੰਦਿਤ ਹੁੰਦਾ ਵੇਖ ਕੇ ਬਾਹਰਲਾ ਸੰਸਾਰ। ਗੂੰਗਾ ਬਖਤ ਗਾਵੇ ਬਹੁ ਛੰਦ, ਜੇ ਗੂੰਗੇ ਨੂੰ ਜ਼ੁਬਾਨ ਮਿਲ ਜਾਏ ਤੇ ਉਹ ਗਾ ਕੇ ਬੜਾ ਵੱਡਾ ਬਹੁਤ ਅਚਰਜ ਹੁੰਦਾ ਹੈ। ਪਿੰਗਲ ਪਰਪਤ ਪਰਤੇ ਹਾਰ, ਜੇ ਕੋਈ ਪਿੰਗਲ ਪਰਬਤ ਨੂੰ ਪਾਰ ਕਰ ਜਾਏ ਜਿਵੇਂ ਏਡਾ ਆਨੰਦ ਵਿੱਚ ਆਉਂਦਾ ਉਹ। ਹਰ ਕੈ ਨਾਮ ਸਗਲ ਉਧਾਰ, ਇਸ ਤਰ੍ਹਾਂ ਨਾਮ ਜਪਣ ਵਾਲੇ ਦੇ ਜਦੋਂ ਅੰਦਰ ਅਵਸਥਾ ਬਣਦੀ ਹੈ, ਉੱਚੀ ਅਵਸਥਾ, ਤੇ ਉਹ ਵੀ ਹੈਰਾਨ ਇਸ ਤਰ੍ਹਾਂ ਕੌਤਕ ਵੇਖ ਕੇ ਬੜਾ ਉੱਚਾ ਆਨੰਦ ਦਾ, ਤੇ ਬੜਾ ਹੀ ਅੰਦਰੋਂ ਕਹਿੰਦੇ ਵਿਸਮਾਦ ਵਿੱਚ ਇਸ ਖੇਡ ਨੂੰ ਵੇਖ ਕੇ ਹੈਰਾਨ ਹੋ ਜਾਂਦਾ ਹੈ। ਜੋ ਪਾਵਕ ਸੰਗ ਸੀਤ ਕੋ ਨਾਸ, ਜਿਵੇਂ ਪਾਵਕ ਅਗਨੀ ਦੇ ਨਾਲ ਸ਼ੀਤਲਤਾ ਜਿਹੜੀ ਹੈ, ਠੰਡ ਹੈ, ਉਹ ਧੂਆਂ ਬਾਲ ਕੇ ਅਗਨੀ ਦੇ ਨਾਲ ਦੂਰ ਕਰ ਦਿੱਤੀ ਜਾਂਦੀ ਹੈ। ਐਸੇ ਪ੍ਰਾਸ਼ਤ ਸੰਤ ਸੰਗ ਬਿਨਾਸ਼, ਇਸੇ ਤਰ੍ਹਾਂ ਜਿਹੜੇ ਪ੍ਰਾਸ਼ਤ ਮੁਸੀਬਤਾਂ ਨੇ, ਦੁੱਖ ਰੋ ਰੁਕਾਵਟ ਆਦਿਕ ਨੇ, ਉਹ ਸਾਧੂ ਸੰਗ ਗੁਰਮੁਖਾਂ ਦੀ ਸੰਗਤ ਵਿੱਚ ਵਿਨਾਸ਼ ਹੋ ਜਾਂਦੇ ਹਨ। ਜੋ ਸਾਬਨ ਕਾਪਰ ਉਜਲ ਹੋਤ, ਜਿਵੇਂ ਕੱਪੜੇ ਮੈਲੇ ਜਿਹੜੇ ਨੇ ਸਾਬਣ ਨਾਲ ਉਜਲ ਬਿਲਕੁਲ ਚਿੱਟੇ ਹੋ ਨਿਕਲ ਜਾਂਦੇ ਹਨ। ਨਾਮ ਜਪਤ ਸਭ ਭ੍ਰਮ ਭਉ ਖੋਤ, ਇਸ ਤਰ੍ਹਾਂ ਨਾਮ ਦੇ ਜਲ ਪਾਣੀ ਦੇ ਸਾਬਣ ਦੇ ਨਾਲ ਅੰਦਰੋਂ ਭਰਮਾਂ ਦੀ ਜਿਹੜੀ ਤੇ ਡਰ ਦੀ ਹੋਰ ਕਈ ਪ੍ਰਕਾਰ ਦੀ ਮੈਲ ਹੈ, ਖੋਤ ਗਵਾਚ ਜਾਂਦੀ ਹੈ। ਜੋ ਚਕਵੇ ਸੂਰਜ ਕੀ ਆਸ, ਜਿਵੇਂ ਚਕਵੀ ਜਿਹੜਾ ਜਾਨਵਰ ਹੈ, ਇੱਕ ਪੰਛੀ ਹੈ,
ਉਹਨੂੰ ਸੂਰਜ ਦੀ ਆਸ ਰਹਿੰਦੀ ਕਿ ਕਦੋਂ ਚੜ੍ਹੇਗਾ ਤੇ ਚਕਵੇ ਦੇ ਦਰਸ਼ਨ ਕਰੇਗੀ। ਜੋ ਚਾਤ੍ਰਿਕ ਬੂੰਦ ਕੀ ਪਿਆਸ, ਜਿਵੇਂ ਚਾਤ੍ਰਿਕ ਨੂੰ ਬੱਦਲ ਦੀ ਆਸ ਰਹਿੰਦੀ ਕਿ ਕਦੋਂ ਵਰੇਗਾ ਤੇ ਪਾਣੀ ਪੀਵਾਂਗਾ। ਜੋ ਕੁਰੰਕ ਨਾਦ ਕਰਨ ਸਮਾਨੇ, ਜਿਵੇਂ ਕਰੰਕ ਜਿਹੜਾ ਇਹ ਹਿਰਨ ਹੈ, ਇਹਨੂੰ ਸੁਣਨ ਦਾ ਬੜਾ ਸਵਾਦ ਆਉਂਦਾ ਹੈ, ਇੱਕ ਸੰਗੀਤ। ਤਿਉ ਹਰ ਨਾਮ ਹਰ ਜਨ ਮਨਹਿ ਸੁਖਾਨੇ, ਇਸ ਤਰ੍ਹਾਂ ਹਰੀ ਦਾ ਨਾਮ ਹਰੀ ਦੇ ਜਨਾਂ ਨੂੰ, ਪਿਆਰਿਆਂ ਨੂੰ, ਪਰਮੇਸ਼ਰ ਨੂੰ ਬਹੁਤ ਸੁਖਾਨੇ, ਬਹੁਤ ਆਨੰਦ ਦਿੰਦਾ ਹੈ। ਤੁਮਰੀ ਕਿਰਪਾ ਤੇ ਲਾਗੀ ਪ੍ਰੀਤ, ਜਿਨ੍ਹਾਂ ਦੇ ਆਪ ਜੀ ਨੇ ਕਿਰਪਾ ਕਰ ਦਿੱਤੀ ਸੱਚੇ ਪਾਤਸ਼ਾਹ, ਇਹ ਪ੍ਰੀਤ ਉਹਨਾਂ ਨੂੰ ਲੱਗੀ ਹੈ। ਦਿਆਲ ਭਏ ਤਾ ਆਏ ਚੀਤ, ਇਸ ਤਰ੍ਹਾਂ ਦਿਆਲੂ ਹੋਏ ਹਨ ਸੱਚੇ ਪਾਤਸ਼ਾਹ, ਤਾਂ ਚਿੱਤ ਵਿੱਚ ਆਣ ਕੇ ਵਸੇ ਹਨ ਅਕਾਲ ਪੁਰਖ ਵਾਹਿਗੁਰੂ ਆਪ। ਦਇਆ ਧਾਰੀ ਤਿਨ ਧਾਰਨ ਹਾਰ, ਉਸ ਧਾਰਨਹਾਰ ਸੱਚੇ ਪਾਤਸ਼ਾਹ ਨੇ ਦਇਆ ਕੀਤੀ ਹੈ ਗੁਰਮੁਖਾਂ ਤੇ, ਬੰਧਨ ਤੇ ਹੋਈ ਛੁਟਕਾਰ। ਤੇ ਸਾਰੇ ਪ੍ਰਕਾਰ ਦੇ ਬੰਧਨਾਂ ਤੋਂ ਛੁਟਕਾਰ ਹੋ ਗਈ, ਸਮੱਸਿਆ ਤੋਂ ਗੁਰਮੁਖਾਂ ਦੀ। ਸਭ ਥਾਨ ਦੇਖੇ ਨੈਣ ਅਲੋਏ, ਕਹਿਣ ਲੱਗੇ ਸਾਰੇ ਥਾਵਾਂ ਤੇ ਇਹ ਚੰਗੀ ਤਰ੍ਹਾਂ ਗੌਰ ਨਾਲ ਅੱਖਾਂ ਖੋਲ ਕੇ ਵੇਖਿਆ ਹੈ। ਤਿਸ ਬਿਨ ਦੂਜਾ ਅਵਰ ਨ ਕੋਏ, ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਜਾ ਨਜ਼ਰ ਨਹੀਂ ਆਉਂਦਾ, ਇੱਕੋ ਹੀ ਸਾਰੇ ਥਾਵਾਂ ਤੇ ਪ੍ਰਗਟ ਹੋ ਕੇ ਦਰਸ਼ਨ ਦੇ ਰਿਹਾ ਗੁਰਮੁਖਾਂ ਨੂੰ। ਭ੍ਰਮ ਪੈ ਛੂਟੇ ਗੁਰ ਪ੍ਰਸਾਦ, ਗੁਰੂ ਕਿਰਪਾ ਦੇ ਨਾਲ ਗੁਰਸਿੱਖਾਂ ਦੇ ਭਰਮ ਤੇ ਭੈ, ਇਹ ਮਨ ਦੇ ਡਰ ਆਦਿਕ ਜਿਹੜੇ ਸਨ ਸਾਰੇ ਨਾਸ਼ ਹੋਏ ਹਨ। ਨਾਨਕ ਪੇਖਿਓ ਸਭ ਬਿਸਮਾਦ, ਸਭ ਥਾਵਾਂ ਤੇ ਵਿਸਮਾਦ ਕੌਤਕ ਰੂਪ ਵੇਖਿਆ, ਅਕਾਲ ਪੁਰਖ ਦੇ ਦਰਸ਼ਨ ਕੀਤੇ ਹਨ ਗੁਰਸਿੱਖਾਂ ਨੇ। ਰਾਮ ਕਲੀ ਮਹੱਲਾ ਪੰਜਵਾ, ਜੀਅ ਜੰਤ ਸਭ ਪੇਖੀਐ, ਪ੍ਰਭ ਸਗਲ ਤੁਮਾਰੀ ਧਾਰਨਾ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਉਸਤਤ ਰੂਪ ਸ਼ਬਦ ਉਚਾਰਨ ਕਰਦੇ ਹਨ ਗਰੀਬ ਨਵਾਜ਼ ਜੀ। ਕਹਿੰਦੇ ਨੇ ਮਹਾਰਾਜ ਜਿੰਨੇ ਵੀ ਜੀ ਜਨਤਾ ਵੱਲ ਵੇਖੀਦਾ ਹੈ, ਦੇਖ ਰਹੇ ਹਾਂ ਸਾਰਿਆਂ ਨੂੰ ਵਿਚਰਦੇ ਹੋਏ। ਹੇ ਪ੍ਰਭੂ ਅਕਾਲ ਪੁਰਖ ਸੱਚੇ ਪਾਤਸ਼ਾਹ, ਤੁਮਾਰੀ ਧਾਰਨਾ, ਤੁਹਾਡੀ ਓਠ ਦੇ ਨਾਲ ਹੀ ਤੁਰ ਰਹੇ ਹਨ ਸਾਰੇ। ਇਹੋ ਮਨ ਹਰਿ ਕੈ ਨਾਮ ਉਧਾਰਨਾ ਰਹਾਉ, ਇਹ ਮਨ ਜਿਹੜਾ ਹੈ ਵਾਹਿਗੁਰੂ ਦੇ ਨਾਮ ਦੇ ਨਾਲ ਉਧਾਰ ਹੁੰਦਾ ਹੈ, ਇਹਦਾ ਹੋਰ ਕੋਈ ਸਾਧਨ ਨਹੀਂ ਹੈ। ਇੱਕੋ ਨਾਮ ਦੀ ਜਿਹੜੀ ਕਮਾਈ ਹੈ ਉਸ ਜੀਵਨ ਦਾ ਉਧਾਰ ਕਰਦੀ ਹੈ। ਖਿਨ ਮਹਿ ਥਾਪ ਉਹ ਥਾਪੇ ਕੁਦਰਤ, ਇੱਕ ਖਿਨ ਦੇ ਵਿੱਚ ਕੁਦਰਤ ਜਿਹੜੀ ਹੈ ਥਾਪ ਕੇ ਉਥਾਪ ਦਿੰਦੀ, ਭਾਵ ਕਿਸੇ ਨੂੰ ਥਾਪ ਦਿੰਦੀ ਏ, ਕਿਸੇ ਨੂੰ ਉਥਾਪ ਦਿੰਦੀ, ਕਿਸੇ ਨੂੰ ਬਿਠਾ ਦਿੰਦੀ ਤਖਤ ਤੇ, ਕਿਸੇ ਨੂੰ ਲਾ ਦਿੰਦੀ ਹੈ, ਉਹਦੀ ਕੁਦਰਤ ਬਣਾਈ ਹੋਈ ਹੈ। ਸਭ ਕਰਤੇ ਕੇ ਕਾਰਨਾ, ਇਹ ਸਾਰੇ ਕਰਤੇ ਦੇ ਕਾਰਨ ਹੁੰਦੇ ਹਨ, ਉਹ ਜਿਵੇਂ ਕਰਦਾ ਉਵੇਂ ਵਰਤੀ ਜਾਂਦਾ ਹੈ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਹ ਜਿਹੜੇ ਅਵਗੁਣ ਨੇ, ਕਾਮ ਵਾਸ਼ਨਾ ਤੇ ਕ੍ਰੋਧ ਗੁੱਸਾ ਔਰ ਲੋਭ ਜਿਹੜਾ ਲਾਲਚ ਹੈ, ਤੇ ਝੂਠ ਤੇ ਨਿੰਦਿਆ। ਸਾਧੂ ਸੰਗ ਬਿਦਾਰਨਾ, ਗੁਰਮੁਖਾਂ ਦੀ ਸੰਗਤ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨੂੰ ਬਿਦਾਰਨਾ, ਇਹਨੂੰ ਤਾਰ ਤਾਰ ਕਰ ਦਈਦਾ ਹੈ। ਨਾਮ ਜਪਤ ਮਨ ਨਿਰਮਲ ਹੋਵੇ, ਇਸ ਤਰ੍ਹਾਂ ਮਨ ਨਾਮ ਜਪਦਿਆਂ ਜਪਦਿਆਂ ਪਵਿੱਤਰ ਹੋ ਜਾਂਦਾ, ਮਨ ਨਿਰਮਲ ਹੋ ਜਾਂਦਾ ਹੈ। ਸੁਖੇ ਸੁਖ ਗੁਦਾਰਨਾ, ਔਰ ਸੁਖਾਂ ਦੇ ਵਿੱਚ, ਆਨੰਦ ਦੇ ਵਿੱਚ ਗੁਜ਼ਰਦੀ ਹੈ ਜ਼ਿੰਦਗੀ। ਭਗਤ ਸ਼ਰਨ ਜੋ ਆਵੇ ਪ੍ਰਾਣੀ, ਜਿਹੜਾ ਪ੍ਰਾਣੀ ਭਗਤਾਂ ਦੀ ਸ਼ਰਨ ਵਿੱਚ, ਸਾਧੂਆਂ ਦੀ ਸ਼ਰਨ ਵਿੱਚ ਆਉਂਦਾ ਹੈ, ਤਿਸ ਇਹਾ ਉਹਾ ਨਾ ਹਾਰਨਾ, ਉਹਨੂੰ ਇੱਥੇ ਲੋਕ ਤੇ ਪਰਲੋਕ ਵਿੱਚ ਹਾਰਨਾ ਨਹੀਂ ਪੈਂਦਾ, ਵਿਕਾਰਾਂ ਤੋਂ ਵੀ ਜਿੱਤ ਜਾਂਦਾ, ਅੱਗੇ ਜਮਾ ਤੋਂ ਵੀ ਜਿੱਤਦਾ ਹੈ। ਸੁਖ ਦੁਖ ਇਸ ਮਨ ਕੀ ਬਿਰਥਾ, ਇਸ ਮਨ ਦੀ ਬਿਰਥਾ, ਮਨ ਦੀ ਦਰਦ ਅਤੇ ਸੁਖ ਦੁਖ ਤੁਮ ਹੀ ਆਗੇ ਸਾਰਨਾ। ਮਹਾਰਾਜ ਆਪ ਜੀ ਦੇ ਅੱਗੇ ਅਰਦਾਸ ਕਰਨੀ ਹੈ, ਇਸ ਗੱਲਾਂ ਸਾਰੀਆਂ ਜਿਹੜੀਆਂ ਦੁੱਖ ਸੁਖ ਹੈ, ਤੂੰ ਦਾਤਾ ਸਭਨਾ ਜੀਆ ਕਾ, ਆਪ ਜੀ ਸਾਰੇ ਜੀਵਾਂ ਦੇ ਪਾਲਕ ਹੋ, ਦਾਤੇ ਸੁਆਮੀ ਦੇਣ ਵਾਲੇ ਹੋ। ਆਪਨ ਕੀਆ ਪਾਲਣਾ, ਜੋ ਤੁਸੀਂ ਆਪਨ ਕੀਆ, ਆਪ ਰਚੀ ਹੈ ਸਾਰੀ ਦੁਨੀਆ ਜਿਹੜੀ ਹੈ, ਆਪ ਹੀ ਇਹਨੂੰ ਪਾਲ ਰਹੇ ਹੋ ਸਾਰਿਆਂ ਨੂੰ। ਅਨੇਕ ਬਾਰ ਕੋਟ ਜਨ ਉਪਰ, ਅਨੇਕ ਬਾਰ ਕੋਟ ਜਨ ਉਪਰ, ਨਾਨਕ ਵੰਝੈ ਵਾਰਨਾ। ਜਿਹੜੇ ਤੇਰੇ ਜਨ ਤੇਰੇ ਤੇ ਭਰੋਸਾ ਕਰਦੇ ਨੇ, ਅਨੇਕ ਵਾਰ ਹੀ, ਕਰੋੜਾਂ ਵਾਰੀ ਹੀ ਦਾਸ ਉਹਨਾਂ ਤੋਂ ਵਾਰਨੇ ਜਾਂਦਾ, ਕੁਰਬਾਨ ਜਾਂਦਾ। ਗੁਰੂ ਸਾਹਿਬ ਕਹਿੰਦੇ ਹਨ, ਰਾਮ ਕਲੀ ਮਹੱਲਾ ਪੰਜਵਾ, ਅਸ਼ਟਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਕਲੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ ਅਸ਼ਟਪਦੀਆਂ ਉਚਾਰਨ ਕਰਦੇ ਹਨ। ਇੱਕ ਓੰਕਾਰ ਜੋ ਸਰਵ ਵਿਆਪਕ ਧੁਨੀ ਸਰੂਪ ਵਾਹਿਗੁਰੂ ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਦਰਸ਼ਨ ਭੇਟਤ ਪਾਪ ਸਭ ਨਾ ਸਹੇ, ਐਸੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੇ ਨਾਲ
ਜਿਹੜੇ ਪਾਪ ਕੀਤੇ ਹੋਏ ਹਨ ਪਿਛਲੇ ਸਾਰੇ, ਉਹ ਨਾਸੈਂ ਘਟਦੇ ਹਨ, ਭੱਜ ਜਾਂਦੇ ਹਨ ਜੀਵਨ ਵਿੱਚੋਂ, ਹਰਸਿਓ ਦੇ ਮਿਲਾਈ। ਔਰ ਹਰੀ ਦੇ ਨਾਲ ਮਿਲਾਪ ਕਰਾ ਦਿੰਦਾ ਹੈ। ਕੌਣ? ਮੇਰਾ ਗੁਰ ਪਰਮੇਸ਼ਰ ਸੁਖਦਾਈ। ਮੇਰਾ ਗੁਰੂ ਪਰਮੇਸ਼ਰ ਰੂਪ ਹੈ, ਸੁਖਦਾਈ ਹੈ ਬਾਣੀ ਗੁਰੂ। ਪਾਰ ਬ੍ਰਹਮ ਕਾ ਨਾਮ ਦ੍ਰਿੜਾਏ। ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਪੱਕਾ ਕਰਾਉਂਦਾ ਹੈ। ਬਾਣੀ ਜਪਦਿਆਂ ਕੀ ਹੁੰਦੀ ਹੈ? ਨਾਮ ਦਾ ਪਿਆਰ ਪੱਕਾ ਹੋ ਜਾਂਦਾ ਹੈ। ਅੰਤੇ ਹੋਏ ਸਖਾਈ ਰਹਾਉ। ਔਰ ਅੰਤ ਵੇਲੇ ਸਖਾਈ ਸਖਾ ਮਿੱਤਰ ਬਣਦਾ ਹੈ। ਸਗਲ ਦੁੱਖ ਕਾ ਡੇਰਾ ਪੰਨਾ। ਉਹਨਾਂ ਦੇ ਜੀਵਨ ਵਿੱਚੋਂ ਸਾਰੇ ਦੁੱਖਾਂ ਦਾ ਡੇਰਾ ਟੁੱਟ ਗਿਆ। ਸੰਤ ਧੂਰ ਮੁਖ ਲਾਈ। ਤੇ ਗੁਰਮੁਖਾਂ ਦੀ ਧੂੜ ਮੁਖ ਤੇ ਲਾਈ ਹੈ ਉਹਨਾਂ ਨੇ, ਗੁਰਸਿੱਖਾਂ ਦੀ। ਪਤਿਤ ਪੁਨੀਤ ਕੀਏ ਖਿਨ ਭੀਤਰ। ਸਤਿਗੁਰੂ ਨੇ ਕਿਰਪਾ ਕਰਕੇ ਮੈਲਿਆਂ ਨੂੰ ਉਜਲ ਕਰ ਦਿੱਤਾ ਇੱਕ ਖਿਣ ਦੇ ਵਿੱਚ। ਅਗਿਆਨ ਅੰਧੇਰ ਵੰਜਾਈ। ਅੰਦਰੋਂ ਅਗਿਆਨ ਦੀ ਮੈਲ ਜਿਹੜੀ ਹਨੇਰਾ ਸੀ ਉਹ ਵੰਜਾਈ ਦੂਰ ਕਰ ਦਿੱਤੀ। ਕਰਨ ਕਾਰਨ ਸਮਰੱਥ ਸੁਆਮੀ। ਜਿਹੜਾ ਸੁਆਮੀ ਕਰਨ ਕਰ ਤੇ ਕਾਰਨ, ਜਿਹੜਾ ਆਪ ਕਰਨਾ ਵੀ ਜਾਣਦਾ ਤੇ ਕਾਰਨ ਬਣਾਉਣ ਦੇ ਸਮਰੱਥ ਹੈ। ਨਾਨਕ ਤਿਸ ਸਰਨਾਈ। ਦਾਸ ਨਾਨਕ ਉਹਦੀ ਸ਼ਰਨ ਦੇ ਵਿੱਚ ਹਨ। ਬੰਧਨ ਤੋੜ ਚਰਨ ਕਮਲ ਦ੍ਰਿੜਾਏ। ਜਿਸ ਨੇ ਜਿਹੜੇ ਬੰਧਨ ਸੀ ਵਿਕਾਰਾਂ ਦੇ ਤੋੜ ਕੇ ਚਰਨ ਕਮਲ ਅੰਦਰ ਦ੍ਰਿੜ ਕਰਾ ਦਿੱਤੇ ਹਨ, ਪੱਕੇ ਕਰਾ ਦਿੱਤੇ ਹਨ। ਇੱਕ ਸ਼ਬਦ ਲਿਵ ਲਾਈ। ਇੱਕ ਸ਼ਬਦ ਦੇ ਵਿੱਚ ਸੁਰਤੀ ਜੋੜ ਲਈ ਹੈ ਗੁਰੂ ਕੇ ਸਿੱਖਾਂ ਨੇ। ਅੰਧਕੂਪ ਵਿਖਿਆਤੇ ਕਾਢਿਓ। ਇਸ ਤਰ੍ਹਾਂ ਮਾਇਆ ਦੇ ਅੰਨੇ ਖੂਹ ਵਿੱਚੋਂ ਕੱਢ ਕੇ ਤੇ ਵਿਕਾਰਾਂ ਦੇ ਵਿੱਚੋਂ ਕੱਢ ਲਿਆ ਹੈ ਗੁਰਸਿੱਖਾਂ ਨੂੰ। ਸਾਜ ਸ਼ਬਦ ਬਣ ਆਈ। ਸੱਚੇ ਸ਼ਬਦ ਦੇ ਨਾਲ ਬਣ ਆ ਗਈ ਹੈ ਗੁਰੂ ਕੀ ਬਾਣੀ ਦੇ ਨਾਲ। ਜਨਮ ਮਰਨ ਕਾ ਸਹਸਾ ਚੂਕਾ। ਜਨਮ ਮਰਨ ਦੇ ਜਿਹੜੇ ਦੁੱਖ ਸਨ ਉਹਨਾਂ ਦਾ ਸੰਸਾ ਅੰਦਰੋਂ ਸਹਿਮ ਜਿਹੜਾ ਸੀ ਦੂਰ ਹੋ ਗਿਆ ਹੈ। ਪਾਹੜ ਕਤਹੁ ਨ ਧਾਈ। ਪਰਤ ਕੇ ਬੌੜ ਕੇ ਕਿਤੇ ਧੌਂਦੇ ਨਹੀਂ, ਮਨ ਨਹੀਂ ਭਟਕਦਾ ਉਹਨਾਂ ਦਾ ਹੋਰ। ਨਾਮ ਰਸਾਇਣ ਇਹੋ ਮਨ ਰਾਤਾ। ਨਾਮ ਦੇ ਰਸ ਦੇ ਵਿੱਚ, ਆਨੰਦ ਦੇ ਵਿੱਚ ਗੁਰਸਿੱਖਾਂ ਦਾ ਮਨ ਰਤਿਆ ਹੋਇਆ ਹੈ। ਅੰਮ੍ਰਿਤ ਪੀ ਤ੍ਰਿਪਤਾਈ। ਔਰ ਅੰਮ੍ਰਿਤ ਪੀ ਕੇ ਤ੍ਰਿਪਤ ਹੋ ਗਏ ਹਨ, ਰੱਜ ਗਏ ਹਨ। ਸੰਤ ਸੰਗ ਮਿਲ ਕੀਰਤਨ ਗਾਇਆ। ਇਸ ਤਰ੍ਹਾਂ ਗੁਰਸਿੱਖਾਂ ਨੂੰ ਮਿਲ ਕੇ ਉਹਨਾਂ ਨੇ ਹਰੀ ਦੀ ਉਸਤਤ ਵਡਿਆਈ ਦਾ ਕੀਰਤਨ ਕੀਤਾ ਹੈ। ਨਿਹਚਲ ਵਸਿਆ ਜਾਈ। ਔਰ ਨਿਸ਼ਚਲ ਟਿਕਾਣੇ ਤੇ ਸੁਰਤੀ ਵਸਣ ਲੱਗ ਪਈ ਹੈ, ਸ਼ਬਦ ਦੇ ਟਿਕਾਣੇ ਤੇ। ਪੂਰੇ ਗੁਰ ਪੂਰੀ ਮਤ ਦੀਨੇ। ਪੂਰੇ ਸਤਿਗੁਰੂ ਗ੍ਰੰਥ ਸਾਹਿਬ ਜੀ ਨੇ ਪੂਰੀ ਮੱਤ ਦੇ ਦਿੱਤੀ ਗੁਰੂ ਕੇ ਸਿੱਖਾਂ ਨੂੰ। ਹਰ ਬਿਨ ਆਨ ਨ ਭਾਈ। ਵਾਹਿਗੁਰੂ ਤੋਂ ਬਿਨਾ ਹੋਰ ਕੋਈ ਰੱਖਣ ਵਾਲਾ ਨਹੀਂ ਹੈ ਭਾਈ। ਨਾਮ ਨਿਧਾਨ ਪਾਇਆ ਵਡ ਭਾਗੇ। ਵੱਡੇ ਭਾਗਾਂ ਕਰਕੇ ਗੁਰੂ ਗ੍ਰੰਥ ਸਾਹਿਬ ਤੋਂ ਨਾਮ ਦੀ ਦਾਤ ਪ੍ਰਾਪਤ ਹੋਈ ਹੈ ਗੁਰਸਿੱਖਾਂ ਨੂੰ। ਨਾਨਕ ਨਰਕ ਨ ਜਾਈ। ਇਸ ਕਰਕੇ ਹੁਣ ਗੁਰੂ ਕੇ ਸਿੱਖਾਂ ਨੇ ਨਰਕ ਵਿੱਚ ਨਹੀਂ ਪੈਣਾ, ਮਹਾਰਾਜ ਨੇ ਕਿਰਪਾ ਕਰ ਦਿੱਤੀ ਹੈ। ਕਾਲ ਸਿਆਣਪ ਉਕਤ ਨ ਮੇਰੀ। ਉਹ ਗੁਰਸਿੱਖ ਫਿਰ ਨਿਮਰਤਾ ਵਿੱਚ ਰਹਿੰਦੇ ਹਨ, ਨਿਮਰਤਾ ਵਿੱਚ ਰਹਿ ਕੇ ਅਰਦਾਸ ਕਰਦੇ ਵੀ ਸੱਚੇ ਪਾਤਸ਼ਾਹ ਨਾ ਤੇ ਮੇਰੇ ਕੋਲ ਘਾਲਣਾ ਹੈ ਕੋਈ ਬਹੁਤੀ ਵੱਡੀ ਜਪ ਤਪ ਤੇ ਕੋਈ ਨਿਤਨੇਮ ਤੇ ਨਾ ਮੈਂ ਸਿਆਣਾ ਹਾਂ ਤੇ ਨਾ ਕੋਈ ਬੁੱਧੀ ਹੈ ਮੇਰੇ ਕੋਲ। ਪੂਰੇ ਗੁਰੂ ਕਮਾਈ। ਮਹਾਰਾਜ ਪੂਰੇ ਗੁਰੂ ਤੁਹਾਡੀ ਕਮਾਈ ਹੈ ਜਿਹੜੀ ਅਸੀਂ ਖਾ ਰਹੇ ਹਾਂ, ਤੁਹਾਡੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਚੱਲ ਰਿਹਾ ਹੈ। ਜਪ ਤਪ ਸੰਜਮ ਸੁਚ ਹੈ ਸੋਈ। ਜਪ ਤਪ ਤੇ ਸੰਜਮ ਉਹੀ ਹੈ ਕਿਹੜਾ ਅੱਗੇ ਦੱਸਦੇ ਹਨ। ਆਪੇ ਕਰੇ ਕਰਾਈ। ਉਹ ਆਪ ਹੀ ਕਰਾਉਂਦਾ, ਜਪ ਵੀ ਕਰਾ ਲੈਂਦਾ ਹੈ, ਸੰਜਮ ਵੀ ਕਰਾ ਲੈਂਦਾ ਤੇ ਪਵਿੱਤਰਤਾ ਵੀ ਪੈਦਾ ਕਰ ਦਿੰਦਾ ਜੀਵਨ ਵਿੱਚ। ਪੁੱਤਰ ਕਲਤਰ ਮਹਾ ਵਿਖਿਆ ਮਹੇ। ਇਸ ਤਰ੍ਹਾਂ ਪਰਿਵਾਰ ਦੇ ਅੰਦਰ ਪੁੱਤਰ ਇਸਤਰੀ ਤੇ ਵੱਡੇ ਵਿਕਾਰਾਂ ਦੇ ਵਿੱਚ ਗੁਰ ਸਾਚੈ ਲਾਏ ਤਰਾਈ। ਗੁਰੂ ਸੱਚੇ ਨੇ ਨਾਮ ਦੇ ਨਾਲ ਲਾ ਕੇ ਗੁਰਸਿੱਖਾਂ ਦੀ ਨੂੰ ਤਰਾਈ ਤਾਰ ਦਿੱਤਾ ਹੈ। ਆਪਣੇ ਜੀ ਤੈ ਆਪ ਸੰਭਾਲੇ। ਜਿਹੜੇ ਤੇਰੇ ਜੀਵ ਹਨ ਸੱਚੇ ਪਾਤਸ਼ਾਹ ਜੀ, ਉਹਨਾਂ ਨੂੰ ਤੁਸੀਂ ਆਪ ਹੀ ਤਾਰ ਦਿੱਤਾ ਹੈ। ਆਪ ਲਿਏ ਲੜ ਲਾਈ। ਆਪ ਹੀ ਆਪਣੇ ਪੱਲੇ ਨਾਲ ਜੋੜ ਲਿਆ ਹੈ ਗੁਰੂ ਕੇ ਸਿੱਖਾਂ ਨੂੰ। ਸਾਚ ਧਰਮ ਕਾ ਬੇੜਾ ਬੰਧਿਆ। ਇਸ ਤਰ੍ਹਾਂ ਸੱਚੇ ਧਰਮ ਦਾ ਨਾਮ ਦਾ ਬੇੜਾ ਬੰਨ ਕੇ ਉਹਦੇ ਤੇ ਚੜਾ ਦਿੱਤਾ ਗੁਰਸਿੱਖਾਂ ਨੂੰ। ਭਵਜਲ ਪਾਰ ਪਵਾਈ। ਵਿਕਾਰਾਂ ਦੇ ਭਵਜਲ ਤੋਂ ਪਾਰ ਕਰ ਦਿੱਤਾ ਗੁਰਮੁਖਾਂ ਨੂੰ। ਬੇਸੁਮਾਰ ਬੇਅੰਤ ਸੁਆਮੀ। ਜਿਹਦਾ ਕੋਈ ਅੰਤ ਨਹੀਂ, ਤੂੰ ਬੇਅੰਤ ਹੈ ਤੇ ਜਿਹਦੀ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਆਪ ਜੀ ਦੀ ਸ਼ਕਤੀ ਦਾ। ਆਪ ਜੀ ਬੇਸ਼ੁਮਾਰ ਹੋ। ਨਾਨਕ ਬਲ ਬਲ ਜਾਏ। ਦਾਸ ਨਾਨਕ ਆਪ ਜੀ ਤੋਂ ਕੁਰਬਾਨ ਜਾਂਦਾ ਹੈ ਸਦਾ। ਅਕਾਲ ਮੂਰਤ ਅਜੂਨੀ ਸੰਭਉ। ਆਪ ਜੀ ਦੇ ਉੱਤੇ ਸਮਾਂ ਅਸਰ ਨਹੀਂ ਕਰਦਾ, ਤੁਸੀਂ ਅਕਾਲ ਮੂਰਤ ਹੋ। ਤੁਹਾਡੀ ਮੂਰਤ ਜਿਹੜੀ ਹੈ ਕਾਲ ਤੋਂ ਉੱਚੀ ਹੈ। ਆਤਮ ਤਲ ਤੇ ਕਾਲ ਨਹੀਂ ਜਾਂਦਾ, ਉੱਥੇ ਸਮੇਂ ਦੀ ਕੋਈ ਗੱਲ ਨਹੀਂ ਹੁੰਦੀ।
ਤੇ ਜੂਨਾਂ ਤੋਂ ਉੱਚੇ ਹੋ ਆਪ ਜੀ, ਸੰਭੋ ਆਪਣੇ ਆਪ ਤੋਂ ਆਪ ਅਜੂਨੀ ਸੰਭੋ। ਮਹਾਰਾਜ ਕਹਿੰਦੇ ਹਨ ਕਲ ਅੰਧਕਾਰ ਦੀ ਪਾਏ, ਇਸ ਕਲਯੁਗ ਦੇ ਕਲੇਸ਼ ਦੇ ਹਨੇਰੇ ਦੇ ਵਿੱਚ ਦੀਪਕ ਬਣ ਕੇ ਚਮਕਦੇ ਹੋ, ਨਾਮ ਰੂਪ ਹੋ ਕੇ। ਅੰਤਰਜਾਮੀ ਜੀਵਨ ਕਾ ਦਾਤਾ, ਅੰਤਰਜਾਮੀ ਸਤਿਗੁਰੂ ਗਰੀਬ ਨਵਾਜ ਜੀ ਜਿਹੜੇ ਜੀਆਂ ਨੂੰ ਦਾਤਾਂ ਦੇਣ ਵਾਲੇ ਹੋ। ਦੇਖਤ ਤ੍ਰਿਪਤ ਅਗਾਏ, ਆਪ ਜੀ ਦੇ ਦਰਸ਼ਨ ਕਰਕੇ ਮਨ ਨੂੰ ਤ੍ਰਿਪਤੀ ਮਿਲਦੀ ਹੈ, ਰਜੇਵਾਂ ਪ੍ਰਾਪਤ ਹੁੰਦਾ ਹੈ। ਏਕ ਓੰਕਾਰ ਨਿਰੰਜਨ ਨਿਰਭਉ, ਆਪ ਜੀ ਇੱਕ ਓੰਕਾਰ ਧੁਨੀ ਦੇ ਸਰੂਪ ਵਿੱਚ ਸਰਬ ਥਾਂ ਤੇ ਵਿਆਪਕ ਹੋ, ਔਰ ਨਿਰੰਜਨ ਮਾਇਆ ਤੋਂ ਰਹਿਤ ਔਰ ਡਰ ਤੋਂ ਰਹਿਤ ਹੋ, ਕਿਸੇ ਪ੍ਰਕਾਰ ਦੇ ਤੋਂ। ਸਭ ਜਲ ਥਲ ਰਹਿਆ ਸਮਾਈ, ਸਾਰੇ ਪਾਣੀ ਵਿੱਚ ਤੇ ਧਰਤੀ ਵਿੱਚ ਸਮਾਏ ਹੋਏ ਹੋ, ਕੋਈ ਥਾਂ ਆਪ ਜੀ ਤੋਂ ਖਾਲੀ ਨਹੀਂ ਹੋ ਹੈ ਜੀ। ਭਗਤ ਦਾਨ ਭਗਤਾ ਕੋ ਦੀਨਾ, ਆਪਣੇ ਭਗਤਾਂ ਨੂੰ ਤੁਸੀਂ ਭਗਤੀ ਦਾ ਦਾਨ ਦਿੰਦੇ ਹੋ ਖੁਸ਼ ਹੋ ਕੇ। ਹਰ ਨਾਨਕ ਜਾਚੈ ਮਾਈ, ਹਰ ਨਾਨਕ ਜਾਚੈ ਮਾਈ। ਹੈ ਮਾਂ, ਗੁਰੂ ਕੇ ਪਿਆਰੇ ਇਹੀ ਮੰਗਦੇ ਹਨ ਸੱਚੇ ਪਾਤਸ਼ਾਹ ਤੋਂ। ਰਾਮ ਕਲੀ ਮਹੱਲਾ ਪੰਜਵਾ, ਸ਼ਲੋਕ ਸਿੱਖੋ ਸ਼ਬਦ ਪਿਆਰੇ ਹੋ। ਮਹਾਰਾਜ ਕਹਿੰਦੇ ਹਨ ਸ਼ਬਦ ਨੂੰ ਸਿੱਖੋ ਗੁਰੂ ਕੇ ਪਿਆਰਿਓ। ਸ਼ਬਦ ਦਾ ਜਿਹੜਾ ਹੈ ਗਿਆਨ ਹਾਸਲ ਕਰੋ। ਕਿਵੇਂ ਸਿੱਖਣਾ ਸ਼ਬਦ ਨੂੰ? ਪਹਿਲਾਂ ਗੁਰੂ ਕੀ ਬਾਣੀ ਪੰਜਾਬੀ ਗੁਰਮੁਖੀ ਭਾਸ਼ਾ ਸਿੱਖਣੀ ਹੈ, ਫਿਰ ਸਾਧ ਸੰਗਤ ਜੀ 35 ਅੱਖਰੀ ਸਿੱਖ ਕੇ ਫਿਰ ਪੰਜਾਬੀ ਗੁਰਮੁਖੀ ਪੜ੍ਹਨੀ ਸਿੱਖਣੀ ਹੈ। ਉਹਦੇ ਤੋਂ ਬਾਅਦ ਜਪਜੀ ਸਾਹਿਬ ਦੀ ਸੰਥਿਆ, ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ, ਇਸ ਤਰ੍ਹਾਂ ਬਾਣੀ ਪੜ੍ਹਨੀ ਆ ਗਈ। ਸ਼ਬਦ ਦੇ ਸਿੱਖਣ ਦਾ ਪਹਿਲਾ ਤਲ ਹੈ। ਫਿਰ ਇਸ ਬਾਣੀ ਦਾ ਜਾਪ ਕਰਨਾ, ਅਤੇ ਜਾਪ ਉਸ ਚੀਜ਼ ਦਾ ਹੁੰਦਾ ਜਿਹੜੀ ਕੰਠ ਹੁੰਦੀ, ਯਾਦ ਹੁੰਦੀ ਹੈ। ਫਿਰ ਬਾਣੀ ਨੂੰ ਕੰਠ ਕਰ ਲੈਣਾ ਹੈ, ਫਿਰ ਉਹਦਾ ਅਭਿਆਸ ਕਰਨਾ, ਫਿਰ ਉਹਦੀ ਆਵਾਜ਼ ਤੱਕ ਪਹੁੰਚ ਜਾਣਾ। ਫਿਰ ਉਹ ਸ਼ਬਦ ਹੈ ਤੀਜੇ ਨੰਬਰ 'ਤੇ, ਉਹ ਜਿਹੜੀ ਆਵਾਜ਼ ਆ ਰਹੀ ਗੁਰਬਾਣੀ ਦੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਅਤੇ ਹੌਲੀ ਹੌਲੀ ਫਿਰ ਖੋਜ ਕਰਨੀ ਹੈ ਕਿ ਜਦੋਂ ਅਸੀਂ ਬਾਣੀ ਬੋਲਦੇ ਹਾਂ ਅਤੇ ਇਹ ਆਵਾਜ਼ ਕਿੱਥੋਂ ਆਉਂਦੀ ਹੈ। ਇਹ ਬਾਹਰੋਂ ਆਉਂਦੀ ਹੈ ਕਿ ਅੰਦਰੋਂ ਆਉਂਦੀ ਹੈ, ਕਿ ਛੱਤ ਵਿੱਚੋਂ, ਕਿ ਕਿੱਥੋਂ ਆ ਰਹੀ ਹੈ। ਉਹਦੀ ਖੋਜ ਕਰਨੀ ਹੈ। ਉਹ ਫਿਰ ਖੋਜ ਤਾਂ ਹੋਵੇਗੀ ਜੇ ਆਵਾਜ਼ ਨੂੰ ਸਲੋਅ ਕਰਾਂਗੇ, ਹੌਲੀ ਹੌਲੀ ਮੱਠੀ ਕਰਾਂਗੇ। ਬੋਲਦਿਆਂ ਬੋਲਦਿਆਂ ਜਿਹੜਾ ਵੀ ਅਭਿਆਸ ਕਰ ਰਹੇ ਹਾਂ, ਜਿਹੜੀ ਸਾਨੂੰ ਪੰਜ ਪਿਆਰਿਆਂ ਨੇ ਦਿੱਤਾ ਹੈ, ਅਤੇ ਜਦੋਂ ਉਹਦੀ ਆਵਾਜ਼ ਘੱਟ ਕਰਾਂਗੇ ਤਾਂ ਸਾਨੂੰ ਹੌਲੀ ਹੌਲੀ ਪਤਾ ਲੱਗੇਗਾ ਵੀ ਇਹ ਆਵਾਜ਼ ਤਾਂ ਸਾਡੇ ਸਰੀਰ ਦੇ ਵਿੱਚੋਂ ਹੀ ਆ ਰਹੀ ਹੈ। ਹੌਲੀ ਹੌਲੀ ਉਹ ਧਿਆਨ ਦੇ ਵਿੱਚ ਸੂਖਸ਼ਮ ਹੁੰਦੀ ਜਾਏਗੀ। ਜਿਉਂ ਜਿਉਂ ਸੂਖਸ਼ਮ ਹੋਏਗੀ ਤਿਉਂ ਤਿਉਂ ਧਿਆਨ ਬਰੀਕ ਹੋਵੇਗਾ, ਸੂਖਸ਼ਮ ਹੋਵੇਗਾ, ਸੁਰਤੀ ਇਕਾਗਰ ਹੋਵੇਗੀ। ਅਤੇ ਫਿਰ ਜੇ ਅੰਦਰ ਉੱਥੇ ਪੁਰਾਣੇ ਜਨਮਾਂ ਦੇ ਜਿਹੜੇ ਅੱਗੋਂ ਵਿਚਾਰ ਪਏ ਹੋਏ ਨੇ ਜਾਂ ਗੱਲਾਂ ਪਈਆਂ, ਉਹ ਖੜੀਆਂ ਹੋ ਜਾਣਗੀਆਂ ਖਿਆਲਾਂ ਦੇ ਰੂਪ ਵਿੱਚ, ਵਿਚਾਰਾਂ ਦੇ ਰੂਪ ਵਿੱਚ। ਉਹ ਬੇਰਸੀ ਪੈਦਾ ਕਰਨਗੀਆਂ। ਕਦੀ ਮਨ ਲੱਗ ਜਾਏਗਾ, ਕਦੀ ਨਹੀਂ ਲੱਗੇਗਾ, ਕਦੀ ਕਾਮ ਵੀ ਪੈਦਾ ਹੋ ਜਾਏਗਾ, ਕ੍ਰੋਧ ਪੈਦਾ ਹੋ ਜਾਏਗਾ, ਕਦੀ ਢਹਿੰਦੀ ਕਲਾ ਆ ਜਾਏਗੀ, ਕਦੀ ਚੜ੍ਹਦੀ ਕਲਾ ਆ ਜਾਏਗੀ। ਇਸ ਤਰ੍ਹਾਂ ਕਰਦਿਆਂ ਕਰਦਾ ਕਰੀ ਜਾਣਾ ਸਿੱਖ ਨੇ ਗੁਰੂ ਦੇ ਹੁਕਮ ਦੇ ਵਿੱਚ। ਇੱਕ ਦਿਨ ਉਸ ਆਵਾਜ਼ ਨੇ ਸਾਨੂੰ ਉੱਥੇ ਲੈ ਜਾਣਾ ਜਿੱਥੇ ਇੱਕ ਐਸੀ ਆਵਾਜ਼ ਹੈ ਜੋ ਆਵਾਜ਼ ਨਹੀਂ ਹੈ ਪਰ ਹੈ ਆਵਾਜ਼, ਜਿਹਨੂੰ ਸਾਊਂਡਲੈਸ ਸਾਊਂਡ ਕਿਹਾ ਜਾ ਸਕਦਾ ਹੈ, ਜਿਹਨੂੰ ਅਨਹਦ ਨਾਦ ਕਹਿੰਦੇ ਨੇ। ਉੱਥੇ ਲੈ ਜਾਣਾ ਸੁਰਤੀ ਨੂੰ। ਉਹ ਦਰਵਾਜ਼ਾ ਹੈ ਪਰਮੇਸ਼ਰ ਦਾ, ਵਾਹਿਗੁਰੂ ਦਾ। ਉਹ ਦਰਵਾਜ਼ਾ ਜਿਹੜਾ ਹੈ ਫਿਰ ਉੱਥੇ ਹੋਰ ਘਾਲਣਾ ਕਮਾਈ ਕਰਕੇ, ਨਾਮ ਜਪ ਕੇ, ਅਤੇ ਮਨੁੱਖ ਨੇ ਪਰਮੇਸ਼ਰ ਦੇ ਘਰ ਦੇ ਵਿੱਚ ਪ੍ਰਵੇਸ਼ ਕਰ ਜਾਣਾ ਆਪਣੇ ਧਿਆਨ ਦੇ ਦੁਆਰਾ ਹੀ, ਅੰਦਰੋਂ ਅੰਦਰੀ। ਅਤੇ ਉੱਥੇ ਫਿਰ ਦਰਸ਼ਨ ਹੋਣੇ, ਰੰਗ ਲੱਗਣਾ, ਆਨੰਦ। ਜਿੱਥੇ ਮਨ ਸਮਾਪਤ ਹੋ ਜਾਂਦਾ ਹੈ, ਸਰੀਰ ਸਮਾਪਤ ਹੋ ਜਾਂਦਾ ਅਤੇ ਬੁੱਧੀ ਸਮਾਪਤ ਹੋ ਜਾਂਦੀ ਹੈ। ਕੇਵਲ ਸ਼ਬਦ ਹੀ ਰਹਿ ਜਾਂਦਾ, ਸ਼ਬਦ ਦਾ ਸਰੂਪ। ਇਹ ਸਾਰੀਆਂ ਚੀਜ਼ਾਂ ਰਹਿੰਦੀਆਂ ਤਾਂ ਹੈ ਨੇ, ਮਨ ਵੀ ਰਹਿੰਦਾ, ਬੁੱਧੀ ਵੀ ਰਹਿੰਦੀ, ਪਰ ਸੂਖਮ ਹੋ ਜਾਂਦੇ ਨੇ, ਬਿਲਕੁਲ ਸੂਖਸ਼ਮ ਹੋ ਜਾਂਦੇ, ਬਰੀਕ, ਛੋਟੇ ਜਿਹੇ ਰਹਿ ਜਾਂਦੇ ਹਨ। ਇਹ ਹੁਣ ਵਾਲੀ ਹਾਲ ਨਹੀਂ ਰਹਿੰਦੀ ਵੀ ਸਾਰੇ ਜਿਵੇਂ ਗਧਾ ਤੁਰਿਆ ਫਿਰਦਾ, ਇਸ ਤਰ੍ਹਾਂ ਦਾ ਨਹੀਂ ਰਹਿੰਦਾ ਮਨੁੱਖ। ਉਹ ਬੜੀ ਬਰੀਕੀ ਵਿੱਚ ਚਲਾ ਜਾਂਦਾ, ਸੂਖਸ਼ਮਤਾ ਦੇ ਵਿੱਚ। ਅਤੇ ਫਿਰ ਆਤਮ ਤਲ 'ਤੇ ਪਹੁੰਚਦਾ ਜਿੱਥੇ ਫਿਰ ਕੋਈ ਕਾਲ ਜਾਂ ਹੋਰ ਜਿਹੜੇ ਕਾਮ ਕ੍ਰੋਧ ਨੇ ਪਹੁੰਚਦੇ ਨਹੀਂ। ਇਹਨੂੰ ਕਹਿੰਦੇ ਨੇ ਸ਼ਬਦ ਨੂੰ ਸਿੱਖਣਾ। ਤਾਂ ਉਹਨੂੰ ਮਹਾਰਾਜ ਕਹਿ ਰਹੇ ਨੇ ਸੱਚੇ ਪਾਤਸ਼ਾਹ, ਪੰਜਵੇਂ ਪਾਤਸ਼ਾਹ,
ਕਿ ਹੇ ਪਿਆਰਿਓ ਇਸ ਤਰ੍ਹਾਂ ਸ਼ਬਦ ਨੂੰ ਸਿੱਖੋ ਜੀ। ਸਿੱਖੋ ਸ਼ਬਦ ਪਿਆਰੇ ਹੋ। ਹੇ ਪਿਆਰਿਓ ਸ਼ਬਦ ਸਿੱਖੋ ਗੁਰੂ ਕਾ, ਗੁਰੂ ਕੀ ਬਾਣੀ ਨੂੰ ਸਿੱਖਣਾ ਕਰੋ। ਜਨਮ ਮਰਨ ਕੀ ਟੇਕ। ਇਹ ਤੁਹਾਡੇ ਜਨਮ ਤੇ ਮਰਨ ਦੀ ਟੇਕ ਆਸਰਾ ਹੈ, ਭਾਵ ਇਹਦੇ ਤੋਂ ਪਾਰ ਲੈ ਕੇ ਜਾਣ ਵਾਲਾ ਹੈ ਸ਼ਬਦ। ਮੁਖ ਉਜਲ ਸਦਾ ਸੁਖੀ। ਇਹਦੇ ਨਾਲ ਮੁਖ ਉਜਲ ਹੋ ਜਾਏਗਾ, ਚਮਕੇਗਾ, ਸੁਖੀ ਹੋਵੇਗਾ। ਨਾਨਕ ਸਿਮਰਤ ਏਕ। ਇਸ ਤਰ੍ਹਾਂ ਇੱਕ ਦਾ ਸਿਮਰਨ ਕਰਦਿਆਂ ਕਰਦਿਆਂ ਆਨੰਦ ਬਣ ਜਾਏਗਾ। ਮਨ ਤਨ ਰਾਤਾ ਰਾਮ ਪਿਆਰੇ। ਇਸ ਤਰ੍ਹਾਂ ਕਰਨ ਵਾਲੇ ਗੁਰਸਿੱਖਾਂ ਦਾ ਮਨ ਤੇ ਤਨ ਪਿਆਰੇ RAM ਦੇ ਵਿੱਚ ਰੰਗਿਆ ਗਿਆ ਹਰ ਹੈ। ਪ੍ਰੇਮ ਭਗਤ ਬਣ ਆਈ ਸੰਤ ਹੋ। ਇਹ ਸੰਤ ਜਨੋ ਪ੍ਰੇਮ ਭਗਤੀ ਦੀ ਬਣ ਆ ਗਈ ਹੈ ਵਾਹਿਗੁਰੂ ਦੇ ਨਾਲ। ਸਤਿਗੁਰ ਖੇਪ ਨਿਵਾਹੀ ਸੰਤ ਹੋ। ਇਹ ਸੰਤ ਜਨੋ ਸਾਡੀ ਖੇਪ, ਸਾਡੇ ਜਿਹੜਾ ਵਪਾਰ ਸੀ ਨਿਭ ਗਿਆ ਹੈ, ਸਤਿਗੁਰੂ ਦੇ ਨਾਲ ਸਿੱਖੀ ਨਿਭ ਗਈ ਹਰ ਹੈ। ਨਾਮ ਲਾਹਾ ਦਸ ਕਉ ਦੀਆ। ਵਾਹਿਗੁਰੂ ਨੇ ਨਾਮ ਦਾ ਲਾਹਾ ਦਿੱਤਾ ਹੈ।